ਪਿਆਰੇ ਬੱਚਿਓ, ਹੁਣ ਤੱਕ ਤੁਸੀਂ ਪ੍ਰਕਾਸ਼ ਦੇ ਅਪਵਰਤਨ ਦੀ ਥੋੜ੍ਹੀ ਬਹੁਤ ਜਾਣਕਾਰੀ ਹਾਸਲ ਕਰ ਚੁੱਕੇ ਹੋ। ਤੁਹਾਨੂੰ ਪਤਾ ਹੈ ਕਿ ਅਪਵਰਤਨ ਕੀ ਹੁੰਦਾ ਹੈ, ਉਸ ਦੇ ਨਿਯਮ ਕੀ ਹਨ, ਅਪਵਰਤਨ ਅੰਕ ਕੀ ਹੁੰਦਾ ਹੈ, ਇਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰ ਚੁੱਕੇ ਹੋ। ਅੱਗੇ ਅਸੀਂ ਹੁਣ ਇਹ ਜਾਣਕਾਰੀ ਹਾਸਲ ਕਰਾਂਗੇ ਕਿ ਗੋਲਾਕਾਰ ਲੈਂਸਾਂ ਦੁਆਰਾ ਅਪਵਰਤਨ ਕਿਵੇਂ ਹੁੰਦਾ ਹੈ। ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਦੋ ਤਰ੍ਹਾਂ ਦੇ ਲੈਂਸ ਦਿਖਾਏ ਗਏ ਹਨ। ਪਹਿਲਾ ਹੈ ਉੱਤਲ ਲੈਂਸ, ਦੂਸਰਾ ਅਵਤਲ ਲੈਂਸ। ਉੱਤਲ ਲੈਂਸ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਲੰਘ ਕੇ ਇੱਕ ਬਿੰਦੂ 'ਤੇ ਅਭਿਸਰਿਤ ਹੋ ਰਹੀਆਂ ਹਨ। ਮਤਲਬ ਉੱਤਲ ਲੈਂਸ ਆਪਣੇ ਵਿੱਚੋਂ ਲੰਘ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਨੂੰ ਅੰਦਰ ਨੂੰ ਮੋੜਦਾ ਹੈ ਅਤੇ ਜਿਸ ਬਿੰਦੂ 'ਤੇ ਇਹ ਕਿਰਨਾਂ ਇੱਕ ਦੂਜੇ ਨੂੰ ਕੱਟਦੀਆਂ ਹਨ, ਉਸ ਬਿੰਦੂ ਨੂੰ ਉੱਤਲ ਲੈਂਸ ਦਾ ਮੁੱਖ ਫੋਕਸ ਕਿਹਾ ਜਾਂਦਾ ਹੈ। ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਉੱਤਲ ਲੈਂਸ ਦਾ ਬਿਲਕੁਲ ਮੱਧ ਵਿੱਚ ਇੱਕ ਬਿੰਦੂ ਹੈ ਜਿਸ ਨੂੰ O ਦਿਖਾਇਆ ਗਿਆ ਹੈ। ਉਹ ਬਿੰਦੂ ਜਿਹੜਾ ਹੈ ਉਹ ਲੈਂਸ ਦਾ ਪ੍ਰਕਾਸ਼ ਕੇਂਦਰ ਹੈ। ਇਸ ਪ੍ਰਕਾਸ਼ ਕੇਂਦਰ ਵਿੱਚੋਂ ਲੰਘ ਰਹੀ ਸਿੱਧੀ ਰੇਖਾ ਉੱਤਲ ਲੈਂਸ ਦੀ ਮੁੱਖ ਧੁਰਾ ਹੈ। ਮੁੱਖ ਧੁਰੇ ਦੇ ਉੱਪਰ ਜਿਸ ਬਿੰਦੂ 'ਤੇ ਅਪਵਰਤਨ ਤੋਂ ਬਾਅਦ ਕਿਰਨਾਂ ਇੱਕ ਦੂਜੇ ਨੂੰ ਕੱਟਦੀਆਂ ਹਨ, ਉਹ ਲੈਂਸ ਦਾ ਮੁੱਖ ਫੋਕਸ ਹੈ। ਇਸ ਨੂੰ F ਦੁਆਰਾ ਦਰਸਾਇਆ ਗਿਆ ਹੈ। M ਤੋਂ ਲੈ ਕੇ N ਤੱਕ ਦੀ ਦੂਰੀ, ਜੇ ਤੁਸੀਂ ਉੱਤਲ ਲੈਂਸ ਨੂੰ ਦੇਖੋ ਤਾਂ ਉਹਦੇ ਉੱਪਰਲੇ ਸਿਰੇ 'ਤੇ M, ਹੇਠਲੇ ਸਿਰੇ 'ਤੇ N ਲਿਖਿਆ ਹੈ। M ਤੋਂ ਲੈ ਕੇ N ਤੱਕ ਦੀ ਦੂਰੀ ਜਿਹੜੀ ਹੈ, ਉਸ ਨੂੰ ਲੈਂਸ ਦਾ ਦੁਆਰਕ ਕਿਹਾ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਚਿੱਤਰ ਵਿੱਚ ਦੋਨੋਂ ਤਰਫ F ਦਰਸਾਇਆ ਗਿਆ ਹੈ ਅਤੇ ਦੋਨੋਂ ਤਰਫ F ਦਰਸਾਉਣ ਦਾ ਕੇਵਲ ਇੱਕੋ ਹੀ ਕਾਰਨ ਹੈ ਕਿ ਲੈਂਸ ਇੱਕ ਪਾਰਦਰਸ਼ੀ ਵਸਤੂ ਹੈ। ਇਸ ਵਿੱਚੋਂ ਪ੍ਰਕਾਸ਼ ਦੋਨੋਂ ਪਾਸਿਆਂ ਤੋਂ ਲੰਘ ਸਕਦਾ ਹੈ, ਇਸ ਲਈ ਦੋਨੋਂ ਹੀ ਪਾਸੇ F ਬਿੰਦੂ ਦਿਖਾਇਆ ਗਿਆ ਹੈ। ਨੀਚੇ ਆ ਜਾਓ ਤਾਂ ਦੂਸਰਾ ਚਿੱਤਰ ਅਵਤਲ ਲੈਂਸ ਦਾ ਬਣਿਆ ਹੈ। ਅਵਤਲ ਲੈਂਸ ਆਪਣੇ ਵਿੱਚੋਂ ਲੰਘ ਰਹੀ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਦਾ ਹੈ, ਯਾਨੀ ਕਿ ਅਪਸਰਿਤ ਕਰਦਾ ਹੈ। ਇਸ ਲਈ ਇਸ ਲੈਂਸ ਨੂੰ ਅਪਸਾਰੀ ਲੈਂਸ ਵੀ ਕਿਹਾ ਜਾਂਦਾ ਹੈ। ਜਦੋਂ ਲੈਂਸ ਵਿੱਚੋਂ ਲੰਘ ਰਹੀਆਂ ਪ੍ਰਕਾਸ਼ ਦੀਆਂ ਕਿਰਨਾਂ ਇੱਕ ਦੂਜੇ ਤੋਂ ਦੂਰ ਹੋਣਗੀਆਂ ਤਾਂ ਉਹ ਆਪਸ ਵਿੱਚ ਤਾਂ ਕਦੇ ਨਹੀਂ ਮਿਲਣਗੀਆਂ। ਜਿੱਧਰ ਵੀ ਉਹਨਾਂ ਨੇ ਮਿਲਣਾ ਸੀਗਾ ਉੱਧਰ ਹੀ ਪ੍ਰਤੀਬਿੰਬ ਬਣਨਾ ਹੈ, ਪਰ ਕਿਉਂਕਿ ਇਹ ਮਿਲ ਨਹੀਂ ਰਹੀਆਂ, ਇਸ ਕਰਕੇ ਇਹਨਾਂ ਨੂੰ ਪਿੱਛੇ ਨੂੰ ਵਧਾਇਆ ਜਾਂਦਾ ਹੈ। ਪਿੱਛੇ ਨੂੰ ਵਧਾਉਣ 'ਤੇ ਜਿਸ ਬਿੰਦੂ 'ਤੇ ਇੱਕ ਦੂਜੇ ਨੂੰ ਕੱਟਦੀਆਂ ਪ੍ਰਤੀਤ ਹੋਣਗੀਆਂ, ਉਹ ਅਵਤਲ ਲੈਂਸ ਦਾ ਮੁੱਖ ਫੋਕਸ ਹੋਵੇਗਾ। ਤੁਸੀਂ ਦੇਖ ਸਕਦੇ ਹੋ ਮੁੱਖ ਧੁਰੇ ਦੇ ਉੱਪਰ F ਬਿੰਦੂ ਦਿਖਾਇਆ ਗਿਆ ਹੈ। ਇਹ ਅਵਤਲ ਲੈਂਸ ਦਾ ਮੁੱਖ ਫੋਕਸ ਹੈ। ਉਹ ਬਿੰਦੂ ਜਿਹੜਾ ਕਿ ਪ੍ਰਕਾਸ਼ ਕੇਂਦਰ ਹੈ ਲੈਂਸ ਦਾ, O ਤੋਂ ਲੈ ਕੇ F ਤੱਕ ਦੀ ਦੂਰੀ ਫੋਕਸ ਦੂਰੀ ਹੈ ਅਤੇ ਇਸ ਫੋਕਸ ਦੂਰੀ ਦੇ ਦੁੱਗਣੀ ਦੂਰੀ 'ਤੇ 2F ਬਿੰਦੂ ਹੈ। ਜਿੰਨੀ ਦੂਰੀ O ਤੋਂ ਲੈ ਕੇ F ਤੱਕ ਦੀ, ਇੰਨੀ ਹੀ ਦੂਰੀ F ਤੋਂ ਲੈ ਕੇ ਫਿਰ 2F ਤੱਕ ਦੀ ਹੈ। ਇਹ ਬਿੰਦੂ ਰੇਖਾ ਚਿੱਤਰ ਜਦ ਬਣਾਉਂਦੇ ਹਨ ਤਾਂ ਉਪਯੋਗ ਕੀਤੇ ਜਾਂਦੇ ਹਨ। ਉਮੀਦ ਹੈ ਤੁਹਾਨੂੰ ਇਸ ਚਿੱਤਰ ਤੋਂ ਲੈਂਸ ਦਾ ਪ੍ਰਕਾਸ਼ ਕੇਂਦਰ, ਲੈਂਸ ਦਾ ਦੁਆਰਕ, ਮੁੱਖ ਧੁਰਾ, ਅਭਿਸਾਰੀ ਲੈਂਸ, ਅਪਸਾਰੀ ਲੈਂਸ, ਇਹਨਾਂ ਦੇ ਬਾਰੇ ਜਾਣਕਾਰੀ ਹਾਸਲ ਹੋ ਚੁੱਕੀ ਹੋਵੇਗੀ। ਹੁਣ ਅੱਗੇ ਆਉਂਦੇ ਹਾਂ ਅਸੀਂ ਕਿਰਨ ਰੇਖਾ ਚਿੱਤਰਾਂ ਦੇ ਉਪਯੋਗ ਦੁਆਰਾ ਲੈਂਸ ਤੋਂ ਪ੍ਰਤੀਬਿੰਬ ਕਿਵੇਂ ਬਣਦੇ ਹਨ, ਇਹ ਜਾਣਕਾਰੀ ਹਾਸਲ ਕਰੀਏ। ਜਦੋਂ ਅਸੀਂ ਰੇਖਾ ਚਿੱਤਰ ਬਣਾਉਂਗੇ ਤਾਂ ਰੇਖਾ ਚਿੱਤਰ ਬਣਾਉਂਦੀ ਵਾਰੀ ਕਿਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ, ਇਹ ਗੱਲਾਂ ਇੱਧਰ ਅਸੀਂ ਆਪਸ ਵਿੱਚ ਚਰਚਾ ਕਰਾਂਗੇ। ਚਿੱਤਰ ਵਿੱਚ ਤੁਸੀਂ ਦੇਖ ਰਹੇ ਹੋ, ਨਿਯਮ ਕਹਿੰਦਾ ਹੈ ਰੇਖਾ ਚਿੱਤਰ ਬਣਾਉਂਦੀ ਵਾਰੀ ਅਸੀਂ ਇਸ ਚੀਜ਼ ਦਾ ਖਿਆਲ ਰੱਖਣਾ ਹੈ ਕਿ ਜੇਕਰ ਪ੍ਰਕਾਸ਼ ਦੀ ਕਿਰਨ ਮੁੱਖ ਧੁਰੇ ਦੇ ਸਮਾਨਾਂਤਰ ਆ ਰਹੀ ਹੈ ਤਾਂ ਉੱਤਲ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਇਹ ਪ੍ਰਕਾਸ਼ ਦੀ ਕਿਰਨ F ਵਿੱਚੋਂ ਹੋ ਕੇ ਲੰਘੇਗੀ। ਮਤਲਬ ਕਿ ਜਦੋਂ ਤੁਸੀਂ ਰੇਖਾ ਚਿੱਤਰ ਬਣਾਉਣਾ ਹੈ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਹੈ, ਜੇਕਰ ਕੋਈ ਸਮਾਨਾਂਤਰ ਪ੍ਰਕਾਸ਼ ਦੀ ਕਿਰਨ ਬਣਾ ਰਹੇ ਹੋ ਤਾਂ ਲੈਂਸ ਤੋਂ ਬਾਅਦ ਜਦੋਂ ਬਣਾਈ ਜਾਏਗੀ ਤਾਂ ਉਹ F ਵਿੱਚੋਂ ਲੰਘਦੀ ਹੋਈ ਦਿਖਾਈ ਜਾਏਗੀ। ਅਵਤਲ ਲੈਂਸ ਦਾ ਵੀ ਇਹੀ ਹੈ, ਕੇਵਲ ਕੀ ਫਰਕ ਹੈ ਕਿ ਸਮਾਨਾਂਤਰ ਆ ਰਹੀ ਪ੍ਰਕਾਸ਼ ਦੀ ਕਿਰਨ ਅਵਤਲ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਬਾਹਰ ਨੂੰ ਅਪਸਰਿਤ ਹੁੰਦੀ ਹੈ ਅਤੇ ਅਸੀਂ ਕਿੰਨੇ ਕੋਣ 'ਤੇ ਉਹਨੂੰ ਬਾਹਰ ਨੂੰ ਜਾਂਦੀ ਦਿਖਾਣਾ ਹੈ। ਇਸ ਕੋਣ 'ਤੇ ਦਿਖਾਓਗੇ ਕਿ ਜੇਕਰ ਉਹਨੂੰ ਪਿੱਛੇ ਨੂੰ ਵਧਾਇਆ ਜਾਏ ਤਾਂ ਉਹ F ਬਿੰਦੂ 'ਤੇ ਮੁੱਖ ਧੁਰੇ ਨੂੰ ਕੱਟੇ।
ਅਗਲਾ ਜਿਹੜਾ ਨਿਯਮ ਹੈ, ਅਗਲੀ ਜਿਹੜੀ ਗੱਲ ਹੈ ਜਿਸ ਦਾ ਖਿਆਲ ਰੱਖਣਾ ਹੈ ਉਹ ਇਹ ਹੈ ਕਿ ਜੇਕਰ ਅਸੀਂ ਰੇਖਾ ਚਿੱਤਰ ਬਣਾਉਂਦੀ ਵਾਰੀ ਪ੍ਰਕਾਸ਼ ਦੀ ਕਿਰਨ ਦਿਖਾ ਰਹੇ ਹਾਂ ਜਿਹੜੀ ਐਫ ਵਿੱਚੋਂ ਲੰਘ ਕੇ ਜਾ ਰਹੀ ਹੈ, ਤਾਂ ਉੱਤਲ ਲੈਂਸ ਵਿੱਚੋਂ ਲੰਘਣ ਤੋਂ ਬਾਅਦ ਉਹ ਸਮਾਨਾਂਤਰ ਹੋ ਜਾਵੇਗੀ। ਤੇ ਅਵਤਲ ਲੈਂਸ ਲਈ ਕਿਵੇਂ ਦਿਖਾਣਾ ਹੈ ਕਿ ਤਿਰਛੀ ਜੇ ਕੋਈ ਪ੍ਰਕਾਸ਼ ਦੀ ਕਿਰਨ ਆ ਰਹੀ ਹੈ, ਅਵਤਲ ਲੈਂਸ ਤੋਂ ਲੰਘਣ ਤੋਂ ਬਾਅਦ ਉਹ ਸਮਾਨਾਂਤਰ ਹੋ ਜਾਏਗੀ। ਉਹ ਕਿੰਨੀ ਤਿਰਛੀ ਬਣਾਉਣੀ ਹੈ, ਇਸ ਗੱਲ ਦਾ ਖਿਆਲ ਰੱਖਣਾ ਹੈ। ਇੰਨੀ ਤਿਰਛੀ ਬਣਾਉਣੀ ਹੈ ਕਿ ਜੇਕਰ ਉਹਨੂੰ ਅੱਗੇ ਨੂੰ ਵਧਾਇਆ ਜਾਏ ਤਾਂ ਉਹ ਐਫ ਵਿੱਚੋਂ ਹੋ ਕੇ ਲੰਘੇ। ਤੀਸਰੀ ਗੱਲ ਜਿਸ ਦਾ ਖਿਆਲ ਰੱਖਣਾ ਹੈ ਉਹ ਇਹ ਹੈ ਕਿ ਜੇਕਰ ਪ੍ਰਕਾਸ਼ ਦੀ ਕਿਰਨ ਲੈਂਸ ਦੇ ਪ੍ਰਕਾਸ਼ ਕੇਂਦਰ ਵਿੱਚੋਂ ਲੰਘਦੀ ਹੋਈ ਦਿਖਾਣੀ ਹੈ ਤਾਂ ਉਹ ਸਿੱਧੀ ਲੰਘ ਜਾਏਗੀ। ਅਵਤਲ ਹੋਵੇ ਜਾਂ ਉੱਤਲ, ਦੋਨੋਂ ਲੈਂਸਾਂ ਦੇ ਪ੍ਰਕਾਸ਼ ਕੇਂਦਰ ਵਿੱਚੋਂ ਲੰਘ ਰਹੀ ਕਿਰਨ ਬਿਲਕੁਲ ਸਿੱਧੀ ਜਾਏਗੀ ਬਿਨਾਂ ਮੁੜੇ। ਤਾਂ ਬੱਚਿਓ, ਇਸ ਵੀਡੀਓ ਵਿੱਚ ਤੁਸੀਂ ਗੋਲਾਕਾਰ ਲੈਂਸਾਂ ਦੁਆਰਾ ਅਪਵਰਤਨ ਕਿਵੇਂ ਹੁੰਦਾ ਹੈ ਅਤੇ ਰੇਖਾ ਚਿੱਤਰ ਬਣਾਉਂਦੀ ਵਾਰੀ ਕਿਹਨਾਂ ਗੱਲਾਂ ਦਾ ਖਿਆਲ ਰੱਖਣਾ ਹੈ, ਇਸ ਬਾਰੇ ਜਾਣਕਾਰੀ ਹਾਸਲ ਕੀਤੀ। ਉਮੀਦ ਹੈ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰ ਚੁੱਕੇ ਹੋਣਗੇ। ਧੰਨਵਾਦ।